This is the evening show on Red FM. CKYR 1067 रेड एफएम ਤੇ ਦ ਈਵਨਿੰਗ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਆਪ ਸਭ ਨੂੰ ਔਰ ਮੈਂ ਹਾਂ ਸਤਿੰਦਰ ਸੁਕਰਾਤ। 7:04 ਤੇ ਕੁਝ ਸੈਕਿੰਡ ਇਸ ਵਕਤ ਰੈਡ ਐਫਐਮ ਦੀ ਘੜੀ ਤੇ ਔਰ ਬਿਲਕੁਲ ਤਿਆਰ ਹਾਂ ਜੀ ਅੱਜ ਦਾ ਸਪੈਸ਼ਲ ਸਾਡਾ ਈਵਨਿੰਗ ਸ਼ੋਅ ਜਿਹਦੇ ਵਿੱਚ ਕਿ ਅਕਸਰ 3 ਸੈਗਮੈਂਟ ਤੁਹਾਨੂੰ ਪਤਾ ਹੈ ਕਿ ਸਾਡੇ ਹੁੰਦੇ ਨੇ, ਲੇਕਿਨ ਅੱਜ ਅਸੀਂ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਖਾਸ ਮਹਿਮਾਨ ਦੇ ਨਾਲ ਜਿਨ੍ਹਾਂ ਦੇ ਨਾਲ ਕਿ ਅਸੀਂ ਪੱਤਰਕਾਰਿਤਾ ਦੇ ਵਿੱਚ ਜਿਹੜੀ ਤਬਦੀਲੀ ਜਰਨਲਿਜ਼ਮ ਦੇ ਵਿੱਚ ਆ ਚੁੱਕੀ ਹੈ ਔਰ ਆ ਰਹੀ ਹੈ ਉਹਦੇ ਉੱਪਰ ਗੱਲ ਕਰਾਂਗੇ ਔਰ ਨਾਲ ਹੀ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਦੇ ਸੰਦਰਭ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਪਿਛਲੇ ਸਮੇਂ ਤੋਂ ਕੁਝ ਹੋਈਆਂ ਨੇ ਉਹਦੇ ਵਿੱਚ ਕਿੱਦਾਂ ਦਾ ਸੋਸ਼ਲ ਮੀਡੀਆ ਦਾ ਰੋਲ ਰਿਹਾ ਇਹਦੇ ਉੱਪਰ ਅਸੀਂ ਖਾਸ ਹੁਣ ਤੋਂ ਥੋੜ੍ਹੀ ਦੇਰ ਬਾਅਦ ਗੱਲਬਾਤ ਕਰਾਂਗੇ ਡਾਕਟਰ ਲਖਵਿੰਦਰ ਜੌਹਲ ਹੋਣਾ ਦੇ ਨਾਲ, ਜੋ ਕਿ ਜਲੰਧਰ ਦੂਰਦਰਸ਼ਨ ਦੇ ਸਾਬਕਾ ਪ੍ਰੋਡਿਊਸਰ ਡਾਇਰੈਕਟਰ ਅਤੇ ਇਹਦੇ ਨਾਲ ਹੀ ਇੱਕ ਦੋ ਸਭਾਵਾਂ ਦੇ ਮੈਂਬਰ ਨੇ ਔਰ ਪ੍ਰੈਸ ਕਲੱਬ ਜਲੰਧਰ ਦੇ ਪ੍ਰੈਜ਼ੀਡੈਂਟ ਵੀ ਨੇ ਅਤੇ ਬਹੁਤ ਹੀ ਉੱਘੇ ਲੇਖਕ ਤੇ ਕਵੀ ਵੀ ਨੇ। ਸੋ ਡਾਕਟਰ ਲਖਵਿੰਦਰ ਜੌਹਲ ਹੋਣਾ ਦੇ ਨਾਲ ਛੋਟੀ ਜਿਹੀ ਇੱਕ ਮੁਲਾਕਾਤ ਔਰ ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦੇ ਤਜਰਬਾਤ ਜਿਹੜੇ ਨੇ ਕਿੱਦਾਂ ਦੇ ਰਹੇ ਨੇ ਔਰ ਅੱਜ ਦੇ ਈਵਨਿੰਗ ਸ਼ੋਅ ਦੇ ਵਿੱਚ ਸ਼ੁਰੂਆਤ ਜਿਹੜੀ ਹੈ ਸਾਡੀ ਇਸ ਖਾਸ ਇੰਟਰਵਿਊ ਦੇ ਨਾਲ ਹੀ ਹੋਵੇਗੀ। ਵਕਤ ਇਜਾਜ਼ਤ ਦੇਵੇਗਾ ਤੇ ਉਸ ਤੋਂ ਬਾਅਦ 'ਚ ਇੱਕ ਵਿਸ਼ੇ ਦੇ ਉੱਪਰ ਜ਼ਰੂਰ ਗੱਲਬਾਤ ਕਰਾਂਗੇ, ਲੇਕਿਨ ਮੈਨੂੰ ਲੱਗਦਾ ਕਿ ਰਮਨਦੀਪ ਸੋਢੀ ਹੁਣਾਂ ਨੂੰ ਅਸੀਂ ਸੈਕਿੰਡ ਸੈਗਮੈਂਟ ਦੇ ਵਿੱਚ ਨਾਲ ਆਪਣੇ ਜੋੜਾਂਗੇ ਔਰ ਇੰਡੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ, ਉੱਥੇ ਕੀ ਕੁਝ ਵਾਪਰ ਰਿਹਾ ਹੈ, ਖਾਸ ਕਰਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਉਹਦੀ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਤਾਂ ਠੀਕ ਉਸ ਤੋਂ ਬ੍ਰੇਕ ਤੋਂ ਬਾਅਦ ਡਾਕਟਰ ਲਖਵਿੰਦਰ ਜੌਹਲ ਹੁਣੀ ਸਾਡੇ ਨਾਲ ਹੋਣਗੇ ਔਰ ਇਹਦੀ ਸਾਡੀ ਖਾਸ ਗੱਲਬਾਤ ਉਹਨਾਂ ਦੇ ਨਾਲ ਅਸੀਂ ਕਰਨ ਜਾ ਰਹੇ ਹਾਂ। ਵੈਲਕਮ ਬੈਕ ਜੀ ਦ ਈਵਨਿੰਗ ਸ਼ੋਅ ਦੇ ਵਿੱਚ ਮੈਂ ਹਾਂ ਸਤਿੰਦਰ ਸੁਕਰਾਤ। ਆਪ ਸਭ ਦਾ ਬਹੁਤ ਬਹੁਤ ਸਵਾਗਤ। ਬਸਤੇ ਭਾਰੀ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਸਤੇ 'ਚ ਪਈਆਂ ਸਾਰੀਆਂ ਕਿਤਾਬਾਂ ਤੁਹਾਡੇ ਕੰਮ ਆਉਣਗੀਆਂ ਜਾਂ ਸਿਰਫ ਇਹ ਕਿਤਾਬਾਂ ਹੀ ਤੁਹਾਡਾ ਮਾਰਗਦਰਸ਼ਨ ਕਰ ਸਕਦੀਆਂ ਨੇ, ਕਿਉਂਕਿ ਇਹਨਾਂ ਤੋਂ ਇਲਾਵਾ ਨਿੱਜੀ ਤਜਰਬੇ, ਸਮਾਜ ਦੇ ਸਿਰ 'ਤੇ ਪਏ ਜਾਤ-ਪਾਤ, ਨਫ਼ਰਤ ਤੇ ਪਾਰੰਪਰਿਕ ਰੀਤਾਂ ਦੇ ਸਦੀਆਂ ਤੋਂ ਚੱਲੇ ਆ ਰਹੇ ਬੋਝ ਵੀ ਤੁਹਾਨੂੰ ਕਦੀ ਨਾ ਕਦੀ बहुत कुछ सिखा जाते हैं। इसलिए डॉक्टर बशीर बद्र होना ने एक जगह पे लिखा कि दुनिया में कहीं इनकी तालीम नहीं होती, 2-4 किताबों को घर में पढ़ा जाता है। जर्नलिज्म पत्रकारी के नए नक्श आजकल काफ़ी बदल चुके हैं। पत्रकारी नाल जिथे नवीं टर्म्स जुड़ चुकियां ने, कई तरह ਦੀਆਂ ਇਹਦੀਆਂ ਪਰਿਭਾਸ਼ਾ ਦੇ ਨਾਲ ਛੇੜਛਾੜ ਹੋਈ ਹੈ, ਤੋੜ ਮਰੋੜ ਕੇ ਇਹਨੂੰ ਪੇਸ਼ ਕੀਤਾ ਜਾ ਰਿਹਾ ਹੈ। ਇੰਡੀਪੈਂਡੈਂਸ ਸ਼ਬਦ ਦੇ ਆਸ-ਪਾਸ ਕਈ ਤਰ੍ਹਾਂ ਦੇ ਨਵੇਂ ਬੈਰੀਕੇਡਸ ਵੀ ਸਾਨੂੰ ਨਜ਼ਰ ਆ ਰਹੇ ਨੇ। ਮੇਰੇ ਨਾਲ ਇਸ ਵਕਤ ਜੁੜ ਚੁੱਕੇ ਨੇ ਜੀ ਫਾਰਮਰ ਪ੍ਰੋਡਿਊਸਰ ਡਾਇਰੈਕਟਰ ਜਲੰਧਰ ਦੂਰਦਰਸ਼ਨ ਤੋਂ ਡਾਕਟਰ ਲਖਵਿੰਦਰ ਜੌਹਲ ਜੀ, ਜਿਹੜੇ ਕਿ ਸੈਕਟਰੀ ਵੀ ਨੇ ਜੰਗੇ ਆਜ਼ਾਦੀ ਯਾਦਗਾਰ ਕਰਤਾਰਪੁਰ ਤੇ ਇਹਦੇ ਨਾਲ ਹੀ ਬਹੁਤ ਉੱਘੇ ਲੇਖਕ ਤੇ ਲਿਖਾਰੀ, ਪ੍ਰੈਜ਼ੀਡੈਂਟ ਵੀ ਨੇ ਜੀ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ। ਇਹਨਾਂ ਦਾ ਸਵਾਗਤ ਕਰਾਂਗੇ। ਡਾਕਟਰ ਜੌਹਲ ਸਾਹਿਬ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਦ ਈਵਨਿੰਗ ਸ਼ੋਅ ਦੇ ਵਿੱਚ ਸਵਾਗਤ ਜੀ ਰੈਡ ਐਫਐਮ ਤੇ। ਬਹੁਤ-ਬਹੁਤ ਮਿਹਰਬਾਨੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਸਾਰੇ ਸਰੋਤਿਆਂ ਨੂੰ ਔਰ ਤੁਹਾਨੂੰ ਸਾਰੀ ਟੀਮ ਨੂੰ। ਮੈਂ ਸ਼ੁਰੂਆਤ ਕਰਦਾ ਡਾਕਟਰ ਜੌਹਲ, ਉਸ ਅਦਾਰੇ ਦੇ ਨਾਲ ਤੁਸੀਂ ਜੁੜੇ ਰਹੇ ਹੋ ਜਿੱਥੇ ਸਰਕਾਰੀ ਤੰਤਰ ਤੋਂ ਲੈ ਕੇ ਸੱਭਿਆਚਾਰਕ, ਆਰਥਿਕ ਤੇ ਸਮਾਜਿਕ ਸਰੋਕਾਰਾਂ ਦੇ ਕਈ ਪਹਿਲੂ, ਸੰਦਰਭ ਤੇ ਉਤਾਰ ਚੜ੍ਹਾਅ ਤੁਸੀਂ ਦੇਖੇ। ਦੂਰਦਰਸ਼ਨ ਜਲੰਧਰ ਤੇ ਡਾਇਰੈਕਟਰ ਦਾ ਅਹੁਦਾ, ਪ੍ਰੋਡਿਊਸਰ ਦੇ ਤੌਰ ਤੇ ਕੰਮ ਵੀ ਕੀਤਾ ਤੇ ਨਾਲ ਹੀ ਇੱਕ ਲੇਖਕ ਹੋਣ ਦੇ ਨਾਤੇ, ਇੱਕ ਕਵੀ ਹੋਣ ਦੇ ਨਾਤੇ ਮੈਨੂੰ ਲੱਗਦਾ ਮਹਿਸੂਸ ਕਰਨ ਦਾ ਘੇਰਾ ਬਹੁਤ ਜ਼ਿਆਦਾ ਵਿਸ਼ਾਲ ਹੋ ਜਾਂਦਾ ਹੈ। ਸੋ ਹੁਣ ਤੱਕ ਦਾ ਜਰਨਲਿਜ਼ਮ ਤੇ ਇਹਦੇ ਵਿੱਚ ਆਏ ਬਦਲਾਵ ਨੂੰ ਸਮਾਜ ਦੇ ਨਾਲ ਕਿੱਦਾਂ ਜੋੜ ਕੇ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਜਰਨਲਿਜ਼ਮ, ਜਦੋਂ ਆਪਾਂ ਪੱਤਰਕਾਰੀ ਦੀ ਗੱਲ ਕਰਦੇ ਹਾਂ ਤੇ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਅਹਿਸਾਸ ਮਨ ਵਿੱਚ ਜਾਗਦਾ। ਇਹ ਸ਼ਬਦ ਜਦੋਂ ਸਾਹਮਣੇ ਆਉਂਦਾ, ਸੰਕਲਪ ਜਦੋਂ ਸਾਡੇ ਸਾਹਮਣੇ ਆਉਂਦਾ ਔਰ ਇਹਦੀ ਜੋ ਬੇਸਿਕ ਗੱਲ ਹੈ, ਜੇ ਅਸੀਂ ਪੰਜਾਬੀ ਪੱਤਰਕਾਰੀ ਦੀ ਗੱਲ ਕਰੀਏ ਜਾਂ ਦੁਨੀਆ ਭਰ ਦੀ ਕਿਸੇ ਵੀ ਭਾਸ਼ਾ ਦੀ ਪੱਤਰਕਾਰੀ ਦੀ ਗੱਲ ਕਰੀਏ, ਤਾਂ ਇੱਕ ਗੱਲ ਤਾਂ ਇਹ ਹੈ ਕਿ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਹਰ ਜਗ੍ਹਾ ਤੇ ਇੱਕ ਮਿਸ਼ਨਰੀ ਵਜੋਂ ਹੋਈ ਹੈ, ਕਿ ਮਿਸ਼ਨ ਵਜੋਂ ਹੋਈ ਹੈ। ਉਹ ਮਿਸ਼ਨ ਕੀ ਹੈ? ਮਿਸ਼ਨ ਇਹ ਹੁੰਦਾ ਹੈ ਕਿ ਪੱਤਰਕਾਰੀ ਦਾ, ਜਿਹੜਾ ਕਿ ਅੱਜ ਤੱਕ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਮਿਸ਼ਨ ਅਸਲ ਵਿੱਚ ਇਹ ਹੁੰਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ, ਲੋਕਾਂ ਦੀਆਂ ਮੰਗਾਂ ਨੂੰ, ਲੋਕ ਜਿਵੇਂ ਸੋਚਦੇ ਨੇ ਉਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ, ਉਹਦੇ ਲਈ ਆਵਾਜ਼ ਬੁਲੰਦ ਕਰਨਾ ਔਰ ਕਿਸ ਤਰ੍ਹਾਂ ਦਾ ਸਮਾਜ ਹੋਣਾ ਚਾਹੀਦਾ, ਸਮਾਜ ਦੇ ਵਿੱਚ ਵਸਦੇ ਲੋਕ ਕਿਸ ਤਰ੍ਹਾਂ ਦੀ ਸਰਕਾਰਾਂ ਤੋਂ ਤਵੱਕੋਂ ਰੱਖਦੇ ਆ, ਕਿਸ ਤਰ੍ਹਾਂ ਦੀ ਸਰਕਾਰਾਂ
ਦੇ ਪ੍ਰਤੀ ਉਹਨਾਂ ਦੀਆਂ ਜੋ ਆਕਾਂਖਿਆਵਾਂ ਹੁੰਦੀਆਂ, ਉਹਨਾਂ ਦੇ ਜੋ ਸੁਪਨੇ ਹੁੰਦੇ ਆ, ਕਿਹੋ ਜਿਹਾ ਸਮਾਜ ਹੁੰਦਾ, ਉਹਨੂੰ ਜਿਹੜਾ ਹੈ ਉਹ ਲਿਖ ਕੇ ਸਾਹਮਣੇ ਲੈ ਕੇ ਆਉਣਾ। ਚਾਹੇ ਉਹ ਪਹਿਲਾਂ ਪ੍ਰਿੰਟ ਮੀਡੀਆ ਸੀ ਤੇ ਚਾਹੇ ਫਿਰ ਹੌਲੀ ਹੌਲੀ ਜਿਹੜਾ ਉਹ ਰੇਡੀਓ ਜਰਨਲਿਜ਼ਮ ਆ ਗਿਆ, ਉਸ ਤੋਂ ਬਾਅਦ ਟੈਲੀਵਿਜ਼ਨ ਜਰਨਲਿਜ਼ਮ ਆ ਗਿਆ, ਜਾਂ ਹੁਣ ਦਾ ਸੋਸ਼ਲ ਮੀਡੀਆ ਆ ਗਿਆ। ਪਰਪਸ ਇੱਕੋ ਹੀ ਰਿਹਾ ਪੱਤਰਕਾਰੀ ਦਾ ਕਿ ਲੋਕ ਜੋ ਸੋਚਦੇ ਆ ਔਰ ਜਿਸ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੇ ਆ, ਉਹਨੂੰ ਜਿਹੜਾ ਉਹ ਸ਼ਬਦ ਦਿੱਤੇ ਜਾਣ, ਉਹਨੂੰ ਬੋਲ ਦਿੱਤੇ ਜਾਣ, ਉਹਨਾਂ ਦ੍ਰਿਸ਼ਾਂ ਨੂੰ ਜਿਹੜਾ ਉਹ ਸਾਹਮਣੇ ਲੈ ਕੇ ਆਉਂਦਾ ਜਾਵੇ, ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਭਾਵਨਾਵਾਂ ਨੇ। ਲੇਕਿਨ ਹੌਲੀ ਹੌਲੀ ਜਿਹੜਾ ਇਹ ਕਾਰਜ ਜਿਹੜਾ ਪੱਤਰਕਾਰੀ ਦਾ ਕਾਰਜ ਹੈ, ਜਿਹੜਾ ਮਿਸ਼ਨਰੀ ਕਾਰਜ ਸੀਗਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ, ਉਹ ਹੌਲੀ ਹੌਲੀ ਤਿੜਕਣਾ ਸ਼ੁਰੂ ਹੋ ਗਿਆ। ਔਰ ਅੱਜ ਤੱਕ ਜਦੋਂ ਤੱਕ ਅਸੀਂ ਮਤਲਬ ਇਸ ਵੇਲੇ ਜਿਹਨਾਂ ਦਿਨਾਂ ਦੇ ਵਿੱਚ ਗੱਲ ਕਰ ਰਹੇ ਹਾਂ, ਇਹ ਇੱਕ ਲੰਬਾ ਸਮਾਂ ਤੈਅ ਕਰਕੇ, ਲੰਬਾ ਸਫ਼ਰ ਤੈਅ ਕਰਕੇ ਪੱਤਰਕਾਰੀ ਜਿਹੜੀ ਹੈ ਉਹ ਜਿਹੜਾ ਮਤਲਬ ਮਿਸ਼ਨ ਸੀ ਸਾਡਾ ਮਕਸਦ, ਉਹ ਮਿਸ਼ਨ ਜਿਹੜਾ ਉਹ ਪਹਿਲਾਂ ਤਾਂ ਮਨੀ ਹੋ ਗਿਆ ਸਾਡਾ ਮਕਸਦ, ਕਿਉਂਕਿ ਮਨੀ ਮੈਟਰਸ ਜਿਹੜੇ ਨੇ ਉਹ ਪ੍ਰਮੁੱਖ ਹੋ ਗਏ। ਫਿਰ ਜਿਹੜਾ ਇਹਨੂੰ ਇੱਕ ਲਾਹੇਵੰਦਾ ਕਿੱਤਾ ਜਿਹੜਾ ਪਹਿਲਾਂ ਕਿ ਮਿਸ਼ਨਰੀ ਕਿੱਤਾ ਸੀਗਾ, ਸਮਾਜ ਸੇਵਾ ਦਾ ਕਿੱਤਾ ਸੀਗਾ, ਉਹ ਜਿਹੜਾ ਉਹ ਫਿਰ ਮਨੀ ਮੈਟਰਸ ਕਿੱਤਾ ਹੋ ਗਿਆ, ਸਾਡੀ ਆਰਥਿਕਤਾ ਨਾਲ ਜੁੜ ਗਿਆ। ਔਰ ਵੱਡੇ ਘਰਾਣੇ ਜਿਹੜੇ ਨੇ ਉਹ ਇਹ ਪੱਤਰਕਾਰੀ ਦੇ ਵਿੱਚ ਆ ਗਏ ਤੇ ਉਹਨਾਂ ਨੇ ਇਹਨੂੰ ਵਪਾਰ ਦੇ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਔਰ ਇਸ਼ਤਿਹਾਰ ਜਿਹੜੇ ਨੇ ਉਹ ਵੱਡੇ ਹੋ ਗਏ, ਖਬਰਾਂ ਛੋਟੀਆਂ ਹੋ ਗਈਆਂ, ਲੋਕਾਂ ਦੀਆਂ ਭਾਵਨਾਵਾਂ ਛੋਟੀਆਂ ਹੋ ਗਈਆਂ, ਅਖਬਾਰ ਦਾ ਮੁਨਾਫਾ ਵੱਡਾ ਹੋ ਗਿਆ। ਇਹ ਜਿਹੜਾ ਚੇਂਜ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਆਈ ਸੀ, ਉਹਨੇ ਹੁਣ ਇੱਕ ਹੋਰ ਨਵਾਂ ਰੂਪ ਜਿਹੜਾ ਉਹ ਅਖਤਿਆਰ ਕਰ ਲਿਆ ਪਿਛਲੇ ਕੁਝ ਸਾਲਾਂ ਤੋਂ। ਉਹ ਨਵਾਂ ਰੂਪ ਇਹ ਅਖਤਿਆਰ ਕਰ ਲਿਆ ਕਿ ਪੱਤਰਕਾਰੀ ਨੂੰ ਜਿਹੜਾ ਹੈ ਉਹ ਸੱਤਾਧਾਰੀ ਲੋਕਾਂ ਨੇ ਆਪਣੇ ਹੱਕ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ। ਔਰ ਇਸ ਵੇਲੇ ਹਿੰਦੁਸਤਾਨ ਦਾ ਮੀਡੀਆ ਜਿਹੜਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਜਿਹੜੀ ਉਹਦਾ ਜਿਹੜਾ ਬੇਸਿਕ ਰੁਖ ਹੁੰਦਾ ਹੈ, ਉਹ ਹੁੰਦਾ ਹੈ ਕਿ ਲੋਕਾਂ ਦੇ ਮੂੰਹ ਚੋਂ ਨਿਕਲੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣਾ ਤੇ ਉਹਦੇ ਹਿਸਾਬ ਨਾਲ ਸਾਰੀ ਪੱਤਰਕਾਰੀ ਕਰਨਾ। ਹੁਣ ਇਸ ਵੇਲੇ ਇਹ ਹੋ ਗਿਆ ਕਿ ਸਰਕਾਰ ਦੇ ਮੂੰਹ ਵਿੱਚੋਂ ਨਿਕਲੀ ਹਰ ਗੱਲ ਨੂੰ ਜਿਹੜਾ ਉਹ ਲੋਕਾਂ ਵਿੱਚ ਪ੍ਰਸਾਰਨਾ ਤੇ ਸਰਕਾਰ ਵਾਲੇ ਪਾਸੇ ਖੜੇ ਹੋ ਕੇ ਜਿਹੜਾ ਉਹ ਸਾਰੀਆਂ ਸਿਚੁਏਸ਼ਨਸ ਨੂੰ ਦੇਖਣਾ, ਸਾਰੀ ਜਿਹੜਾ ਉਹ ਧਰਾਤਲ ਨੂੰ ਦੇਖਣਾ। ਇਸ ਕਰਕੇ ਜਿਹੜਾ ਇਸ ਵੇਲੇ ਬਹੁਤ ਹੀ ਜਿਹੜਾ ਉਹ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੰਡੀਅਨ ਪੋਲੀਟਿਕਸ ਦੇ ਹਿਸਾਬ ਨਾਲ ਜਾਂ ਇੰਡੀਅਨ ਸਮਾਜ ਦੇ ਹਿਸਾਬ ਨਾਲ ਜਾਂ ਮਤਲਬ ਭਾਰਤ ਦੇ ਵਿੱਚ ਜੋ ਇਸ ਵੇਲੇ ਪੱਤਰਕਾਰੀ ਦੀ ਜਿਹੜੀ ਉਹ ਦਿਸ਼ਾ ਜਿਹੜੀ ਜਿਸ ਪਾਸੇ ਨੂੰ ਹੋ ਗਈ ਹੈ, ਉਹ ਕਾਫੀ ਚਿੰਤਾਜਨਕ ਦਿਸ਼ਾ ਹੈ। ਜੀ ਜੌਲ ਸਾਹਿਬ, ਦੋ ਤਰ੍ਹਾਂ ਦੀ ਚੇਤਨਾ ਮੈਂ ਸਮਝਦਾ ਕੰਮ ਕਰਦੀ ਆ। ਇੱਕ ਤਾਂ ਅਕਸਰ ਸਾਡਾ ਆਪਣਾ ਕੌਨਸ਼ੀਅਸ ਹੁੰਦਾ, ਸਾਡਾ ਜ਼ਮੀਰ ਔਰ ਸਾਡੀ ਚੇਤਨਾ। ਦੂਜਾ ਹੁੰਦਾ ਕਲੈਕਟਿਵ ਕੌਨਸ਼ੀਅਸਨੈਸ, ਜਿਹਦੇ ਬਾਰੇ ਅਕਸਰ ਇੱਕ ਜਰਮਨ ਦੇ ਬਹੁਤ ਵੱਡੇ ਗ੍ਰਾਮੇਰੀਅਨ ਹੋਏ ਨੇ ਫਰਡੀਨੈਂਡ ਡੀ ਸਸੌਰ, ਉਹਨਾਂ ਨੇ ਕਿਹਾ ਸੀ ਕਿ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਆ ਇਹ ਹੌਲੀ ਹੌਲੀ ਸਮਾਜ ਦੀ ਇੱਕ ਜਿਹੜੀ ਆਪਣੀ ਸਾਂਝੀ ਸੋਚ ਬਣ ਜਾਂਦੀ ਆ ਔਰ ਇਹਦੇ ਵਿੱਚ ਜਦੋਂ ਵਹਾਅ ਆ ਜਾਂਦਾ ਤੇ ਉਸ ਵਹਾਅ ਨੂੰ ਰੋਕਣਾ ਬੜਾ ਮੁਸ਼ਕਿਲ ਹੁੰਦਾ ਹੈ। ਸੋ ਜੇ ਮੈਂ ਗੱਲ ਕਰਾਂ ਇਸ ਸਮੁੱਚੀ ਚੇਤਨਾ ਨੂੰ ਔਰ ਜਿਹੜੀ ਸਾਡਾ ਸੈਲਫ ਕੌਨਸ਼ੀਅਸ ਹੈ, ਇਹਨੂੰ ਜੋੜ ਕੇ ਦੇਖਾਂ ਮੈਂ ਸੋਸ਼ਲ ਮੀਡੀਆ ਦੇ ਨਾਲ। ਵੈਸੇ ਸੋਸ਼ਲ ਮੀਡੀਆ ਤਾਂ ਬਹੁਤ ਮੈਨੂੰ ਲੱਗਦਾ ਪੁਰਾਣਾ ਹੈ ਜਦੋਂ, ਲੇਕਿਨ ਉਦੋਂ ਇਹਦੇ ਜਿਹੜੇ ਟੂਲ ਸੀ ਇੰਨੇ ਜ਼ਿਆਦਾ ਤਾਕਤਵਰ ਨਹੀਂ ਸੀ। ਲੇਕਿਨ ਅੱਜ ਕੱਲ੍ਹ ਸਾਡੇ ਹੱਥ 'ਚ ਟੈਕਨੋਲੋਜੀ ਆ ਔਰ ਅਸੀਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਨੂੰ ਆਪਣੇ ਤਰੀਕੇ ਦੇ ਨਾਲ ਘਰ ਬੈਠ ਕੇ, ਹਰ ਇਨਸਾਨ ਮੈਨੂੰ ਲੱਗਦਾ ਕਿ ਇੰਡੀਪੈਂਡੈਂਟ ਪੱਤਰਕਾਰ ਬਣ ਗਿਆ ਹੁਣ ਘਰ ਬੈਠ ਕੇ। ਸੋ ਕਿੱਦਾਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਸਮਾਜ ਦੀ ਸਮੁੱਚੀ ਚੇਤਨਾ ਜਿਹੜੀ ਆ ਉਹਨੂੰ ਕੀ ਨੈਗੇਟਿਵ ਪਾਸੇ ਲੈ ਕੇ ਜਾ ਰਿਹਾ ਜਾਂ ਇੱਕ ਪੋਜ਼ਿਟਿਵ ਦਿਸ਼ਾ ਦੇ ਰਿਹਾ? ਦੇਖੋ, ਗੱਲ ਇਹ ਹੈ ਕਿ ਜਿਹੜੀ ਸਮੂਹਿਕ ਚੇਤਨਾ ਵਾਲੀ ਗੱਲ ਹੈ, ਜਿੱਥੇ ਤੁਸੀਂ ਸਸੂਰ ਦੀ ਗੱਲ ਕੀਤੀ ਹੈ, ਉਸ ਤੋਂ ਪਹਿਲਾਂ ਕਾਰਲ ਮਾਰਕਸ ਨੇ ਵੀ ਇਹਨੂੰ ਕਿਹਾ ਸੀ ਕਿ ਜਦੋਂ ਉਹਨੇ ਚੇਤਨਾ ਨੂੰ ਵੀ ਇੱਕ ਮੈਟਰ ਵਜੋਂ ਦੇਖਿਆ ਸੀਗਾ ਕਿ ਅਸਲ ਗੱਲ ਜਿਹੜੀ ਹੈ ਉਹ ਸਮੂਹਿਕ ਚੇਤਨਾ ਕੀ ਹੁੰਦੀ ਹੈ ਕਿ ਸਾਡੀਆਂ ਸਾਰੀਆਂ ਜਿਹੜੀਆਂ ਵਿਅਕਤੀਗਤ ਭਾਵਨਾਵਾਂ ਜਿਹੜੀਆਂ ਨੇ, ਵਿਅਕਤੀਗਤ ਉਦਮ ਜਿਹੜੇ ਨੇ, ਵਿਅਕਤੀਗਤ ਸੋਚ ਜਿਹੜੀ ਹੈ, ਉਹਦਾ ਅਸਲ ਦੇ ਵਿੱਚ ਕੋਈ ਬਹੁਤਾ ਮੁੱਲ ਨਹੀਂ ਹੁੰਦਾ। ਉਹ ਸੋਚ ਜਦੋਂ ਸਮਾਜਿਕ ਸੋਚ ਬਣਦੀ ਹੈ, ਜਦੋਂ ਸਮਾਜ ਦੇ ਨਾਲ ਜੁੜਦੀ ਹੈ, ਜਾਂ ਉਹ ਸਮੂਹਿਕ ਚੇਤਨਾ ਜਦੋਂ ਜਿਹੜੀ ਉਹ ਪੈਦਾ ਹੁੰਦੀ ਹੈ, ਸਮੂਹਿਕ ਚੇਤਨਾ ਦੀ ਦਿਸ਼ਾ ਵੀ ਉਹੀ ਅਸਲ ਦੇ ਵਿੱਚ ਹੋਣੀ ਚਾਹੀਦੀ ਹੈ ਜੋ ਇੱਕ ਵਿਅਕਤੀ ਦੀ ਦਿਸ਼ਾ ਹੋ ਸਕਦੀ ਹੈ। ਔਰ ਲੇਕਿਨ ਇਹਦੇ ਵਿੱਚ ਇਹ ਹੈ ਕਿ ਹਮੇਸ਼ਾ ਹੀ ਜਿਹੜਾ ਉਹ ਦੋ ਧਰਾਵਾਂ ਚੱਲਦੀਆਂ ਰਹੀਆਂ, ਜਿਹਨੂੰ ਆਪਾਂ ਕਹਿੰਦੇ ਆ ਕਿ ਜਿਵੇਂ ਮਤਲਬ ਇੱਕ ਵਿਅਕਤੀ ਸੋਚਦਾ ਹੈ, ਉਹਦੇ ਵਿੱਚ ਨੈਗੇਟਿਵ ਚੀਜ਼ਾਂ ਵੀ ਹੁੰਦੀਆਂ, ਉਹਦੇ ਵਿੱਚ ਪੋਜ਼ੀਟਿਵ ਚੀਜ਼ਾਂ ਵੀ ਹੁੰਦੀਆਂ, ਪਰ ਉਹ ਨੈਗੇਟਿਵ ਚੀਜ਼ਾਂ ਨੂੰ ਹੌਲੀ ਹੌਲੀ ਜਿਹੜਾ ਉਹ ਨਿਖੇਧਾਤਮਕ ਚੀਜ਼ਾਂ ਨੂੰ ਜਿਹੜਾ ਉਹਦੇ ਉੱਤੇ ਕਾਬੂ ਪਾਉਣਾ ਹੁੰਦਾ ਤੇ ਪੋਜ਼ੀਟਿਵ ਚੀਜ਼ਾਂ ਜੋ ਮਤਲਬ ਸਮਾਜ ਭਲਾਈ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਜਿਹੜਾ ਉਹ ਉੱਪਰ ਲੈ ਕੇ ਆਉਣਾ ਹੁੰਦਾ, ਉੱਪਰਲੀ ਤੱਕ ਤੇ ਲੈ ਕੇ ਆਉਣਾ ਹੁੰਦਾ। ਲੇਕਿਨ ਇਹ ਤਾਂ ਹੀ ਸੰਭਵ ਹੋ ਸਕਦਾ ਹੁੰਦਾ ਹੈ ਜੇ ਤੁਹਾਡੇ ਅੰਦਰ ਦੀ ਜੋ ਨੈਤਿਕਤਾ ਆ,
ਜੋ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਕਿ ਜੋ ਜ਼ਿੰਮੇਵਾਰੀ ਆ, ਜਿਵੇਂ ਮਤਲਬ ਆਪਾਂ ਹੁਣ ਜੇ ਪੱਤਰਕਾਰੀ ਦੇ ਸੰਦਰਭ ਵਿੱਚ ਗੱਲ ਕਰੀਏ ਤੇ ਇਹਦੀਆਂ ਦੋ ਧਾਰਾਵਾਂ ਹੁੰਦੀਆਂ। ਦੋ ਧਾਰਾਵਾਂ ਜਿਹੜੀਆਂ ਕੀ ਹੁੰਦੀਆਂ, ਜੇ ਪੰਜਾਬੀ ਚ ਕਹੀਏ ਤਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ ਤੇ ਦੂਸਰੀ ਜਵਾਬਦੇਹੀ ਹੁੰਦੀ ਹੈ। ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਮਤਲਬ ਇੱਕ ਰਿਸਪੋਂਸਿਬਿਲਿਟੀ ਹੁੰਦੀ ਹੈ ਤੇ ਦੂਜੀ ਅਕਾਊਂਟੇਬਿਲਿਟੀ ਵੀ ਹੁੰਦੀ ਹੈ। ਮਤਲਬ ਇੱਕ ਚੀਜ਼ ਤਾਂ ਇਹ ਹੈ ਕਿ ਅਸੀਂ ਆਪਣੇ ਤੌਰ ਤੇ ਜਿਹੜਾ ਇੱਕ ਜ਼ਿੰਮੇਵਾਰਾਨਾ ਨਜ਼ਰੀਏ ਤੋਂ ਸਮਾਜ ਨੂੰ ਦੇਖਣਾ ਹੁੰਦਾ ਔਰ ਆਪਣੇ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਦੇਖਣਾ ਹੁੰਦਾ ਕਿ ਉਹਦੇ ਪ੍ਰਤੀ ਇੱਕ ਤੁਹਾਡੀ ਜ਼ਿੰਮੇਵਾਰੀ ਹੈ ਸਮਾਜ ਦੇ ਪ੍ਰਤੀ। ਦੂਸਰਾ ਇਹ ਹੈ ਕਿ ਤੁਸੀਂ ਦੋਨਾਂ ਚ, ਜਿਵੇਂ ਤੁਸੀਂ ਜ਼ਮੀਰ ਦੀ ਗੱਲ ਵੀ ਸ਼ੁਰੂ ਦੇ ਵਿੱਚ ਕੀਤੀ ਹੈ, ਕਿ ਇਹ ਦੋਨੋਂ ਧਰਾਵਾਂ ਜਿਹੜੀਆਂ ਤੁਹਾਡੇ ਅੰਦਰ, ਜਿੱਥੇ ਤੁਸੀਂ ਸਮਾਜ ਨੂੰ ਜਵਾਬਦੇ ਹੁੰਦੇ ਆ, ਆਪਣੇ ਆਲੇ ਦੁਆਲੇ ਨੂੰ ਜਵਾਬਦੇ ਹੁੰਦੇ ਆ, ਉੱਥੇ ਆਪਣੀ ਜ਼ਮੀਰ ਨੂੰ ਵੀ ਜਵਾਬਦੇ ਹੁੰਦੇ ਆ ਕਿ ਤੁਹਾਡੇ ਅੰਦਰਲਾ ਕੀ ਸੋਚਦਾ, ਤੁਹਾਡੀ ਨੈਤਿਕਤਾ ਕੀ ਕਹਿੰਦੀ ਹੈ ਕਿ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਹੁਣ ਸਮੱਸਿਆ ਇਹ ਆ, ਮਤਲਬ ਜਿਵੇਂ ਜਿਵੇਂ ਜਿਹੜਾ ਉਹ ਸਮਾਜ ਜਿਹੜਾ ਉਹ ਕਲੈਕਟਿਵਨੈਸ ਦੀ ਬਜਾਏ ਜਿਹੜਾ ਉਹ ਵਿਅਕਤੀਵਾਦੀ ਹੁੰਦਾ ਜਾਂਦਾ, ਜਿਵੇਂ ਮਤਲਬ ਹੋ ਰਿਹਾ, ਔਰ ਜਿਵੇਂ ਇਹ ਚੀਜ਼ਾਂ ਜਿਹੜੀਆਂ ਉਹ ਭਾਰੂ ਹੋ ਰਹੀਆਂ ਵਿਅਕਤੀ ਦੇ ਉੱਤੇ, ਤੇ ਫਿਰ ਉਹਦੇ ਵਿੱਚ ਤੁਹਾਡੀ ਅਕਾਊਂਟੇਬਿਲਿਟੀ ਜਾਂ ਤੁਹਾਡੀ ਜਵਾਬਦੇਹੀ ਜਿਹੜੀ ਹੈ ਉਹ ਖਾਰਜ ਹੋਈ ਜਾ ਰਹੀ ਹੈ ਤੇ ਜ਼ਿੰਮੇਵਾਰੀ ਤੁਸੀਂ ਆਪਣੀ ਸਮਝਣੋਂ ਹਟ ਗਏ। ਇਸ ਕਰਕੇ ਜਿਹੜਾ ਇਹ ਥੋੜੇ ਵਿਕਾਰ ਜਿਹੜੇ ਆ ਉਹ ਲਗਾਤਾਰ ਪੈਦਾ ਹੋ ਰਹੇ ਆ ਔਰ ਇਹਨਾਂ ਵਿਕਾਰਾਂ ਦੇ ਉੱਤੇ ਕਾਬੂ ਪਾਉਣ ਵਾਸਤੇ ਜਿਹੜਾ ਉਹ ਮਤਲਬ ਲੋਕ ਲਹਿਰਾਂ, ਸਮਾਜਿਕ ਜਿਹੜੇ ਉਹ ਮਤਲਬ ਉਹ ਤਾਣੇ ਬਾਣੇ ਜਿਹੜੇ ਆ ਔਰ ਸਮਾਜਿਕ ਤਾਣੇ ਬਾਣੇ ਨੂੰ ਚਲਾਉਣ ਵਾਲੇ ਜਿਹੜੇ ਕੁਛ ਜਿਹਨੂੰ ਆਪਾਂ ਕਹਿੰਦੇ ਵਿਚਾਰਧਾਰਕ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਸਰਗਰਮ ਹੋਣ ਦੀ ਜ਼ਰੂਰਤ ਹੈ। ਔਰ ਸੱਤਾ ਔਰ ਵਿਚਾਰ ਦਾ ਜਿਹੜਾ ਕਨਫਲਿਕਟ ਹੈ ਉਹ ਆਪਣੇ ਆਪ ਦੇ ਵਿੱਚ ਹਮੇਸ਼ਾ ਹੀ ਚੱਲਦਾ ਰਹਿੰਦਾ ਔਰ ਜਦੋਂ ਜਿਹੜਾ ਉਹ ਸੱਤਾ ਦਾ ਨੈਰੇਟਿਵ ਭਾਰੀ ਹੋ ਜਾਂਦਾ, ਜਿਵੇਂ ਜਿਹਨੂੰ ਆਪਾਂ ਕਹਿੰਦੇ ਆ ਕਿ ਸ਼ੋਸ਼ਣ ਕਰਨ ਵਾਲੇ ਜਿਹੜੇ ਉਹ ਸਮਾਜ ਨੇ, ਸ਼ੋਸ਼ਣ ਕਰਨ ਵਾਲੇ ਜਿਹੜੇ ਵਿਅਕਤੀ ਨੇ ਜਾਂ ਟੂਲਸ ਨੇ, ਜਿਵੇਂ ਉਹ ਭਾਰੂ ਹੋ ਜਾਂਦੇ ਆ, ਉਵੇਂ ਜਿਹੜਾ ਉਹ ਫਿਰ ਸਮਾਜਿਕ ਤਾਣਾ ਬਾਣਾ ਜਿਹੜਾ ਉਹਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਆ। ਔਰ ਇਸ ਵੇਲੇ ਇਹ ਹੋ ਰਿਹਾ, ਮਤਲਬ ਹਿੰਦੁਸਤਾਨ ਦੇ ਸੰਦਰਭ ਵਿੱਚ ਦੇਖ ਲਈਏ ਜਾਂ ਜਿਹੜਾ ਉਹ ਖਾਸ ਤੌਰ ਤੇ ਜਿਹੜਾ ਸਭ ਤੋਂ ਵੱਡੀ ਤਾਕਤ ਅਮਰੀਕਾ ਹੈ, ਉਹਦੇ ਸੰਦਰਭ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ, ਪਿਛਲੇ ਸਮੇਂ ਦੇ ਤੁਹਾਨੂੰ ਪਤਾ ਕਿ ਇਲੈਕਸ਼ਨ ਹੋ ਕੇ ਹਟੀਆਂ, ਇਲੈਕਸ਼ਨ ਦੇ ਵਿੱਚ ਸਭ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਉਹ ਦਰਮ ਬਰਮ ਹੋਈਆਂ ਔਰ ਡੈਮੋਕ੍ਰੈਟਿਕ ਮਤਲਬ ਜਿਹਨੂੰ ਸਭ ਤੋਂ ਸਿਆਣੀ ਡੈਮੋਕ੍ਰੇਸੀ ਕਿਹਾ ਜਾਂਦਾ ਅਮਰੀਕਾ ਨੂੰ, ਉਹਦੇ ਵਿੱਚ ਵੀ ਇਹ ਵਿਕਾਰ ਇਸ ਤਰ੍ਹਾਂ ਸਾਹਮਣੇ ਆਏ ਜਿਹਦੇ ਉੱਤੇ ਸਿਸਟਮ ਦੇ ਉੱਤੇ ਵਿਅਕਤੀਆਂ ਨੇ ਭਾਰੂ ਹੋਣ ਦਾ ਯਤਨ ਕੀਤਾ। ਔਰ ਹਿੰਦੁਸਤਾਨ ਵਿੱਚ ਵੀ ਇਹੀ ਹੋ ਰਿਹਾ ਕਿ ਟੋਟਲ ਸਿਸਟਮ, ਜਦੋਂ ਕਦੇ ਇਹ ਦੇਸ਼ ਆਜ਼ਾਦ ਹੋਇਆ, ਜਦੋਂ ਡਾਕਟਰ ਅੰਬੇਦਕਰ ਜਿਹੜੇ ਆ ਉਹ ਸੰਵਿਧਾਨ ਦਾ ਨਿਰਮਾਣ ਕਰ ਰਹੇ ਹੋਣਗੇ, ਜਦੋਂ ਉਹਨਾਂ ਨੇ ਜਮਹੂਰੀਅਤ ਦੇ ਲਿਹਾਜ਼ ਨਾਲ ਜਿਹੜਾ ਇੱਕ ਸੰਵਿਧਾਨ ਦੀ ਰਚਨਾ ਕੀਤੀ ਹੋਏਗੀ, ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਹੋਏਗਾ ਕਿ ਇਸ ਸੰਵਿਧਾਨ ਦੇ ਇਹ ਅਰਥ ਵੀ ਕੱਢੇ ਜਾ ਸਕਦੇ ਆ ਕਿ ਇਸ ਤਰ੍ਹਾਂ ਜਿਹੜਾ ਉਹ ਲੋਕ ਲਹਿਰਾਂ ਨੂੰ ਦਬਾਉਣਾ, ਜਿਵੇਂ ਹੁਣ ਕਿਸਾਨ ਅੰਦੋਲਨ ਹਿੰਦੁਸਤਾਨ ਵਿੱਚ ਚੱਲ ਰਿਹਾ, ਕਿਸਾਨ ਅੰਦੋਲਨ ਦੇ ਉੱਪਰ ਜਿਸ ਤਰ੍ਹਾਂ ਦਾ ਜਿਹੜਾ ਉਹ ਸੱਤਾ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਦੇ ਹਮਲੇ ਹੋ ਰਹੇ ਆ ਔਰ ਜਿਸ ਤਰ੍ਹਾਂ ਜਿਹੜਾ ਉਹ ਗੋਦੀ ਮੀਡੀਆ ਜਿਹੜਾ ਜਾਂ ਮਤਲਬ ਉਹ ਮੀਡੀਆ ਕਰਮੀ ਜਿਹੜੇ ਮਤਲਬ ਸਰਕਾਰ ਵਾਲੇ ਪਾਸੇ ਤੋਂ ਇਸ ਸਾਰੇ ਨਜ਼ਰੀਏ ਨੂੰ ਦੇਖਦੇ ਆ, ਉਹਨਾਂ ਦਾ ਨਜ਼ਰੀਆ ਤੇ ਜਿਹੜੇ ਸਰਕਾਰ ਵਾਲੇ ਪਾਸੇ ਤੋਂ ਨਹੀਂ ਦੇਖਦੇ, ਲੋਕਾਂ ਵਾਲੇ ਪਾਸੇ ਤੋਂ ਦੇਖਦੇ ਆ, ਉਹਨਾਂ ਦਾ ਨਜ਼ਰੀਆ ਉਹਦੇ ਵਿੱਚ ਫਿਰ ਕਾਫੀ ਜਿਹੜਾ ਉਹ ਪਾੜਾ ਜਿਹੜਾ ਤੁਹਾਨੂੰ ਨਜ਼ਰ ਆਉਣ ਲੱਗ ਜਾਂਦਾ। ਕਦੇ ਨਹੀਂ ਸੋਚਿਆ ਹੋਏਗਾ ਡਾਕਟਰ ਅੰਬੇਦਕਰ ਨੇ ਕਿ ਇਸ ਤਰ੍ਹਾਂ ਜਮਹੂਰੀਅਤ ਨੂੰ ਇਸ ਤਰ੍ਹਾਂ ਵੀ ਉਹਦਾ ਇੱਕ ਪੱਖ ਜਿਹੜਾ ਉਹ ਕਿਸੇ ਵੇਲੇ ਸਾਹਮਣੇ ਆ ਸਕਦਾ। ਕਦੇ ਜਿਹੜਾ ਉਹ ਜਦੋਂ ਪੰਡਿਤ ਨਹਿਰੂ ਜਿਹੜੇ ਉਹ 15 ਅਗਸਤ ਨੂੰ ਅੱਧੀ ਰਾਤ ਨੂੰ ਝੰਡਾ ਲਹਿਰਾ ਰਹੇ ਹੋਣਗੇ, ਉਹਨਾਂ ਨੇ ਕਦੇ ਨਹੀਂ ਸੋਚਿਆ ਹੋਏਗਾ ਕਿ ਇਹ ਜਮਹੂਰੀ ਕਦਰਾਂ ਕੀਮਤਾਂ ਵਾਲਾ ਦੇਸ਼ ਜਿਹੜਾ ਉਹ ਕਦੇ ਇਸ ਤਰ੍ਹਾਂ ਜਿਹੜਾ ਜਮਹੂਰੀਅਤ ਨੂੰ ਪ੍ਰਮੁੱਖਤਾ ਦੇਣ ਦੀ ਬਜਾਏ ਜਿਹੜਾ ਉਹ ਹੋਰ ਚੀਜ਼ਾਂ ਨੂੰ ਪ੍ਰਮੁੱਖਤਾ ਦੇਏਗਾ ਔਰ ਧਰਮਾਂ ਦਾ ਪਾੜਾ ਜਿਹੜਾ ਉਹ ਇਸ ਤਰ੍ਹਾਂ ਵੀ ਵੱਧ ਜਾਏਗਾ ਕਿਸੇ ਵੇਲੇ। ਇਹ ਕਦੇ ਨਹੀਂ ਸੋਚਿਆ ਹੋਏਗਾ ਔਰ ਕਦੇ ਨਹੀਂ ਸੋਚਿਆ ਹੋਏਗਾ ਡਾਕਟਰ ਵੱਲਭ ਭਾਈ ਪਟੇਲ ਹੋਰਾਂ ਨੇ ਕਿ ਜਦੋਂ ਉਹ ਜਿਹੜਾ ਮਹਾਤਮਾ ਗਾਂਧੀ ਦੇ ਜਿਹੜਾ ਉਹ ਕਤਲ ਤੋਂ ਬਾਅਦ, ਮਰਡਰ ਤੋਂ ਬਾਅਦ, ਸ਼ਹੀਦੀ ਤੋਂ ਬਾਅਦ ਜਦੋਂ RSS ਤੇ ਪਾਬੰਦੀ ਲਾਉਣ ਦੀ ਗੱਲ ਕਰਦੇ ਉਹ, ਤੇ ਉਹਨਾਂ ਨੇ ਇਹ ਕਦੇ ਨਹੀਂ ਸੋਚਿਆ ਹੋਏਗਾ ਕਿ ਉਹਨਾਂ ਨੂੰ ਹੀ ਸਿੰਬਲ ਬਣਾ ਕੇ ਬਾਅਦ ਦੇ ਵਿੱਚ ਉਹੀ RSS ਜਿਹੜੀ ਹੈ ਉਹ ਉਹਨਾਂ ਦੇ ਨਾਂ ਤੇ ਜਿਹੜਾ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਕਰੇਗੀ। ਇਹ ਕਦੇ ਨਹੀਂ ਸੋਚਿਆ ਹੋਏਗਾ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੌਲੀ ਹੌਲੀ, ਜਿਵੇਂ ਤੁਸੀਂ ਸਮੂਹਕ ਚੇਤਨਾ ਦੀ ਗੱਲ ਕੀਤੀ ਹੈ, ਇਹ ਸਮੂਹਕ ਚੇਤਨਾ ਨੂੰ ਡਿਜ਼ਾਈਨ ਕਰਨ ਦੇ ਵਿੱਚ, ਸਮੂਹਕ ਚੇਤਨਾ ਨੂੰ ਜਿਹੜਾ ਉਹ ਪ੍ਰਫੁੱਲਿਤ ਕਰਨ ਦੇ ਵਿੱਚ ਜਿਨ੍ਹਾਂ ਸ਼ਕਤੀਆਂ ਨੂੰ, ਜਿਨ੍ਹਾਂ ਵਿਚਾਰਕਾਂ ਨੂੰ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਉਹਨਾਂ ਸ਼ਕਤੀਆਂ ਦੇ ਵਿੱਚ ਪੱਤਰਕਾਰੀ ਵੀ ਇੱਕ ਮੇਜਰ ਰੋਲ ਅਦਾ ਕਰ ਸਕਦੀ ਹੁੰਦੀ ਹੈ। ਲੇਕਿਨ ਜਦੋਂ ਪੱਤਰਕਾਰੀ ਆਪਣਾ ਇਹ ਖਾਸਾ ਛੱਡ ਜਾਂਦੀ ਹੈ, ਜਦੋਂ ਆਪਣਾ ਕਰੈਕਟਰ ਛੱਡ ਜਾਂਦੀ ਹੈ, ਉਸ ਵੇਲੇ ਫਿਰ ਸਮੱਸਿਆਵਾਂ ਹੋਰ ਗਹਿਰੀਆਂ ਹੋ ਜਾਂਦੀਆਂ, ਜਿਵੇਂ ਕਿ ਹਿੰਦੁਸਤਾਨ 'ਚ ਹੋ ਰਹੀਆਂ ਇਸ ਵੇਲੇ।
ਜੀ ਤੁਸੀਂ ਬ੍ਰੌਡਕਾਸਟਿੰਗ ਦੀ ਮੈਂ ਗੱਲ ਕਰਦਾ, ਟੈਲੀਵਿਜ਼ਨ ਦੀ ਗੱਲ ਕਰਦਾ, ਸਰਕਾਰੀ ਤੰਤਰ ਦੇ ਵਿੱਚ ਜਿਹੜਾ ਨਿੱਜੀ ਦਖਲ ਆ ਕਿੰਨਾ ਕੁ ਰਹਿੰਦਾ? ਤੁਹਾਡਾ ਬਹੁਤ ਜ਼ਿਆਦਾ ਨਿੱਜੀ ਜਿਹੜਾ ਤਜਰਬਾ ਵਾ, ਅਤੇ ਉਹਦੇ ਵਿੱਚ ਅਸੀਂ ਅਕਸਰ ਹੁਣ ਇਹ ਕਹਿੰਦੇ ਗੋਦੀ ਮੀਡੀਆ, ਪ੍ਰਾਈਵੇਟਾਈਜੇਸ਼ਨ, ਉਹ ਤਾਂ ਇੱਕ ਚੀਜ਼ ਹੈਗੀ ਹੈ ਜਿਹੜੀ ਅਸੀਂ ਸਾਰੇ ਸਮਝਦੇ ਹਾਂ, ਬਟ ਮੈਨੂੰ ਲੱਗਦਾ ਕਿ ਜਦੋਂ ਅਸੀਂ 80s 90s ਦੀ ਗੱਲ ਕਰਦੇ ਹਾਂ ਜਾਂ 70s ਦੀ 60s ਦੀ ਗੱਲ ਕਰਦੇ ਹਾਂ, ਕਿੰਨਾ ਕੁ ਉਦੋਂ ਦਖਲ ਰਹਿੰਦਾ ਸਰਕਾਰੀ ਤੰਤਰ ਦੇ ਵਿੱਚ ਗੌਰਮੈਂਟ ਦਾ ਕਿ ਜਿਹੜੀ ਖਬਰਾਂ ਤੁਸੀਂ ਕਿਸ ਤਰੀਕੇ ਦੇ ਨਾਲ ਲਗਾਉਣੀਆਂ, ਔਰ ਇਹਦਾ ਕਿੰਨਾ ਕੁ ਉਦੋਂ ਅਸਰ ਸੀ, ਔਰ ਹੁਣ ਤੁਸੀਂ ਇਸ ਨੂੰ ਜੇ ਮੈਂ ਦੂਰਦਰਸ਼ਨ ਦੀ ਗੱਲ ਕਰਾਂ ਜਾਂ ਸਰਕਾਰੀ ਤੰਤਰ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਕਿੰਨਾ ਕੁ ਦਖਲ ਹੈਗਾ ਜੀ? ਦੇਖੋ, ਦਖਲ ਤਾਂ ਜਦੋਂ ਇੱਕ ਸਰਕਾਰੀ ਅਦਾਰਾ ਹੈ ਉਹਦਾ ਦਖਲ ਰਹਿਣਾ ਤਾਂ ਬਹੁਤ ਕੁਦਰਤੀ ਗੱਲ ਹੈ ਔਰ ਹੁੰਦਾ ਵੀ ਹੈ, ਲੇਕਿਨ ਸਮੱਸਿਆਵਾਂ ਜਿਹੜੀਆਂ ਉਹ ਇਹ ਹੁੰਦੀਆਂ ਹੈ ਕਿ ਜਦੋਂ ਪ੍ਰਸਾਰ ਭਾਰਤੀ ਦਾ ਕਨਸੈਪਟ ਆਇਆ ਸੀ, ਅਸਲ ਦੇ ਵਿੱਚ ਪਹਿਲੀ ਵਾਰੀ ਪ੍ਰਸਾਰ ਭਾਰਤੀ ਦਾ ਕਨਸੈਪਟ ਜਿਹੜਾ ਉਹ ਜਨਤਾ ਪਾਰਟੀ ਦੀ ਸਰਕਾਰ ਸੀ ਜਦੋਂ 77 ਤੋਂ 79 ਤੱਕ, ਉਸ ਵੇਲੇ ਪਹਿਲੀ ਵਾਰੀ ਪ੍ਰਸਾਰ ਭਾਰਤੀ ਦਾ ਕਨਸੈਪਟ ਆਇਆ ਸੀ। ਪ੍ਰਸਾਰ ਭਾਰਤੀ ਦੇ ਕਨਸੈਪਟ ਦਾ ਮਤਲਬ ਇਹ ਸੀਗਾ ਕਿ ਬੇਸ਼ੱਕ ਜਿਹੜਾ ਉਹ ਕੰਟਰੋਲ ਸਰਕਾਰੀ ਰਹੇ, ਮਤਲਬ ਮੀਡੀਆ ਦੇ ਉੱਪਰ, ਦੂਰਦਰਸ਼ਨ, ਰੇਡੀਓ ਦੇ ਉੱਪਰ, ਲੇਕਿਨ ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਵੀ ਦਿੱਤਾ ਜਾਣਾ ਚਾਹੀਦਾ, ਔਰ ਸਿਰਫ ਤੇ ਸਿਰਫ ਸਰਕਾਰੀ ਟੂਟੂ ਨਹੀਂ ਚਾਹੀਦਾ ਟੈਲੀਵਿਜ਼ਨ ਜਾਂ AIR, ਆਲ ਇੰਡੀਆ ਰੇਡੀਓ। ਇਸ ਕਰਕੇ ਇੱਕ ਚੀਜ਼ ਜਿਹੜੀ ਹੈ ਉਹ ਬਣਾਈ ਗਈ, ਲੇਕਿਨ ਉਹਨੂੰ ਬਣਾਉਂਦਿਆਂ 20 ਸਾਲ ਲੱਗੇ। 98-99 ਚ ਆ ਕੇ ਮੁੜ ਕੇ ਜਦੋਂ ਜਿਹੜਾ ਉਹ IK ਗੁਜਰਾਲ ਦੀ ਸਰਕਾਰ ਸੀ ਔਰ ਦੇਵਗੌੜਾ ਦੀ ਸਰਕਾਰ ਸੀ, ਉਸ ਵੇਲੇ ਇਹ ਗੱਲ ਫਿਰ ਦੁਬਾਰਾ ਜਿਹੜੀ ਉਹ ਤੇਜ਼ ਹੋਈ ਤੇ ਜਿਹੜਾ ਉਹ ਦੂਸਰੇ ਜਿਹੜੇ ਸੀਗੇ ਜੈਪਾਲ ਸੀਗੇ ਬ੍ਰੌਡਕਾਸਟਿੰਗ ਮਿਨਿਸਟਰ, ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਉਹ ਫਿਰ ਜੈਪਾਲ ਰੈਡੀ, ਉਹਨਾਂ ਨੇ ਫਿਰ ਇਹ ਚੀਜ਼ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰ ਦਿੱਤਾ। ਲੇਕਿਨ ਉਹਦੇ ਬੇਸਿਕ ਆਸ਼ਿਆਂ ਦੇ ਵਿੱਚ ਇਹ ਸੀਗਾ ਕਿ ਜਿੱਥੇ ਜਿਹੜਾ ਉਹ ਸਰਕਾਰੀ ਕੰਟਰੋਲ ਦੇ ਵਿੱਚ ਰਹੇਗਾ, ਲੇਕਿਨ ਇਹਦੇ ਵਿੱਚ ਭਾਗੀਦਾਰੀ ਜਿਹੜੀ ਹੈ ਉਹ, ਕਿਉਂਕਿ ਜਮਹੂਰੀ ਗਣਰਾਜ ਹੈ ਹਿੰਦੁਸਤਾਨ, ਉਹਦੇ ਵਿੱਚ ਭਾਗੀਦਾਰੀ ਵਿਰੋਧੀ ਪਾਰਟੀਆਂ ਦੀ ਵੀ ਰਹੇਗੀ, ਉਹਨਾਂ ਨੂੰ ਵੀ ਬਣਦਾ ਸਮਾਂ ਦਿੱਤਾ ਜਾਏਗਾ। ਉਸੇ ਕਰਕੇ ਫਿਰ ਅੱਗੇ ਜਿਹੜਾ ਉਹ ਇਲੈਕਸ਼ਨ ਬ੍ਰੌਡਕਾਸਟਿੰਗ ਦੀ ਜਿਹੜਾ ਉਹ ਕਨਸੈਪਟ ਸਾਹਮਣੇ ਆਇਆ ਕਿ ਜਦੋਂ ਵੀ ਇਸ ਦੇਸ਼ ਦੇ ਵਿੱਚ ਇਲੈਕਸ਼ਨ ਹੋਏਗੀ, ਉਹਨਾਂ ਪਾਰਟੀਆਂ ਨੂੰ ਤਵਾਜ਼ਨ ਦੇ ਹਿਸਾਬ ਨਾਲ ਇੰਨਾ ਮੌਕਾ ਜਿਹੜਾ ਉਹ ਬੋਲਣ ਦਾ ਦਿੱਤਾ ਜਾਏਗਾ। ਮਤਲਬ ਇਹ ਹੈ ਕਿ ਡੇ ਟੂ ਡੇ ਲਾਈਫ ਦੇ ਵਿੱਚ, ਡੇ ਟੂ ਡੇ ਕੰਮ ਦੇ ਵਿੱਚ ਜਿਹੜਾ ਜਿਵੇਂ ਮਤਲਬ ਨਿਊਜ਼ ਚੱਲਦੀ ਹੈ ਜਾਂ DD ਨਿਊਜ਼ ਹੈ ਜਾਂ AIR ਨਿਊਜ਼ ਹੈ, ਉਹਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਦਾ ਕੋਈ ਦਖਲ ਹੁੰਦਾ ਨਹੀਂ, ਔਰ ਉਹਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਆਮ ਤੌਰ ਤੇ ਕਿ ਉਹ ਤਵਾਜ਼ਨ ਦੇ ਹਿਸਾਬ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਉਹਦਾ ਟਾਈਮ ਦਿੱਤਾ ਜਾਏ, ਸਮਾਂ ਦਿੱਤਾ ਜਾਏ। ਦੂਸਰੀ ਗੱਲ ਹੈ ਕਿ ਇਹਦੀ ਕੰਟਰੋਲਿੰਗ ਅਥਾਰਟੀ ਜਿਹੜੀ ਹੈ ਉਹ ਵੀ ਅਸਲ ਦੇ ਵਿੱਚ ਜਿਹੜਾ ਉਹ ਪ੍ਰਸਾਰ ਭਾਰਤੀ ਇੱਕ ਇੰਡੀਪੈਂਡੈਂਟ ਬੋਡੀ ਹੈ, ਲੇਕਿਨ ਇਸ ਦੇ ਬਾਵਜੂਦ ਕਿਉਂਕਿ ਸਰਕਾਰੀ ਤੰਤਰ ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਉਹ ਕਿੰਨਾ ਕੁ ਦਖਲ ਰਹਿੰਦਾ, ਇਸ ਦੇ ਬਾਵਜੂਦ ਵਿਅਕਤੀ ਤੋਂ ਵਿਅਕਤੀ ਜਿਹੜਾ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਜਿੰਨਾ ਚਿਰ ਜਿਹੜਾ ਹੈ, ਔਰ ਇਹੀ ਪ੍ਰਸਾਰ ਭਾਰਤੀ, ਇਹੀ ਸੈਟਅਪ ਜਿਹੜਾ 98-99 ਤੋਂ ਲੈ ਕੇ ਮਤਲਬ 2021 ਆ ਗਿਆ, ਸੈਟਅਪ ਉਹੀ ਆ, ਉਹਦੇ ਕੋਈ ਨੋਰਮਸ ਨਹੀਂ ਬਦਲੇ, ਲੇਕਿਨ ਉਹਦੇ ਉੱਪਰ ਕੁੰਡਾ ਬਦਲ ਗਿਆ। ਕੁੰਡਾ ਜਿਹੜਾ ਆ ਉਹਦੇ ਵਿੱਚੋਂ ਫਿਰ ਸ਼ੁਰੂ ਹੁੰਦੀ ਆ ਨੈਤਿਕਤਾ। ਮੈਂ ਇਹ ਸਮਝਦਾ ਕਿ ਕਿਸੇ ਵੀ ਸਰਕਾਰੀ ਅਦਾਰੇ ਦੇ ਉੱਤੇ ਵਿਅਕਤੀਆਂ ਦਾ ਰੋਲ ਜਿਹੜਾ ਉਹ ਕਾਫੀ ਵੱਡਾ ਹੁੰਦਾ ਹੈ, ਔਰ ਦੇਸ਼ ਦੇ ਵਿੱਚ ਵੀ, ਕਿਉਂਕਿ ਦੇਸ਼ ਜਿਹੜਾ ਹੈ, ਦੇਸ਼ ਦੀ ਰਾਜਨੀਤੀ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਉਹ ਅਸਲ ਵਿੱਚ ਚਿਹਰਿਆਂ ਨਾਲ ਚੱਲਦੀ ਹੈ। ਚਿਹਰਾ ਜਿਹੜਾ ਹੈ ਉਹ ਕਿਹੋ ਜਿਹਾ ਤੇ ਉਸ ਚਿਹਰੇ ਦੀ ਆਪਣੀ ਨੈਤਿਕਤਾ ਕੀ ਹੈ। ਜਦੋਂ ਮਤਲਬ ਤੁਸੀਂ ਚਿਹਰੇ ਦੇ ਤੌਰ ਤੇ ਗੱਲ ਕਰਦੇ ਹੋ ਕਿ ਜਦੋਂ ਤੁਸੀਂ ਜਿਹੜਾ ਉਹ ਅਬਦੁਲ ਕਲਾਮ ਜਿਹੜੇ ਉਹ ਰਾਸ਼ਟਰਪਤੀ ਨੇ ਜਾਂ ਵਾਜਪਾਈ ਪ੍ਰਧਾਨ ਮੰਤਰੀ ਨੇ, ਜਦੋਂ ਮਤਲਬ ਉਹ ਚਿਹਰੇ ਤੁਹਾਡੇ ਸਾਹਮਣੇ ਆਉਂਦੇ ਆ ਤੇ ਉਹਨਾਂ ਦਾ ਹੀ ਇੱਕ ਅਲੱਗ ਗਰੇਮਾ ਆ। ਔਰ ਜਦੋਂ ਜਿਹੜਾ ਵਾਜਪਾਈ ਤੋਂ ਬਾਅਦ ਜਿਹੜਾ ਉਹ ਮਨਮੋਹਨ ਸਿੰਘ ਜੀ ਆਉਂਦੇ ਨੇ ਤੇ ਮਨਮੋਹਨ ਸਿੰਘ ਤੇ ਅਬਦੁਲ ਕਲਾਮ ਦੀਆਂ ਮੈਂ ਕੱਲ ਤਸਵੀਰਾਂ ਦੇਖ ਰਿਹਾ ਸੀ, ਦੋਨੋਂ ਇਕੱਠੇ, ਉਹ ਮਤਲਬ ਇੱਕ ਤਰ੍ਹਾਂ ਦਾ ਉਹ ਇੱਕ ਅਲੱਗ ਤਰ੍ਹਾਂ ਦਾ ਨੂਰ ਜਿਹੜਾ ਨਾ ਉਹ ਤੁਹਾਡੇ ਹਾਵ ਭਾਵ ਆਉਂਦੇ ਆ ਚਿਹਰਿਆਂ ਵੱਲ ਦੇਖ ਕੇ। ਪਰ ਜਦੋਂ ਫਿਰ ਬਾਅਦ ਦੇ ਵਿੱਚ ਜਦੋਂ, ਕਿਉਂਕਿ ਚਿਹਰਾ ਕੀ ਹੁੰਦਾ, ਚਿਹਰਾ ਅਸਲ ਦੇ ਵਿੱਚ ਤੁਹਾਡੇ ਮਤਲਬ ਤੁਹਾਡੇ ਮਾਈਂਡ ਦਾ ਔਰ ਤੁਹਾਡੇ ਕੀਤੇ ਜਾ ਰਹੇ ਕੰਮਾਂ ਦਾ ਹੀ ਇੱਕ ਤਰ੍ਹਾਂ ਨਾਲ ਉਹ ਤੁਹਾਡੇ ਸਾਹਮਣੇ ਇੱਕ ਸਾਕਾਰ ਰੂਪ ਹੁੰਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਇਹ ਸਰਕਾਰੀ ਸੰਸਥਾਵਾਂ ਦੇ ਉੱਪਰ ਵੀ ਜਦੋਂ ਜਿਹੜਾ ਹੈ ਉਹ ਠੀਕ ਵਿਅਕਤੀ ਦੇ ਹੱਥਾਂ ਵਿੱਚ ਜਿਹੜੀਆਂ ਉਹ ਸਰਕਾਰੀ ਸੰਸਥਾਵਾਂ ਆਉਂਦੀਆਂ ਨੇ ਤੇ ਉਹੀ ਸਰਕਾਰੀ ਸੰਸਥਾਵਾਂ, ਉਹੀ ਜਿਹੜਾ ਉਹ ਸਰਕਾਰੀ ਤੰਤਰ, ਉਹੀ ਸਾਰਾ ਕੁਝ ਜਿਹੜਾ ਉਹ ਠੀਕ ਕੰਮ ਕਰਨੇ ਸ਼ੁਰੂ ਕਰ ਦਿੰਦਾ। ਔਰ ਜਦੋਂ ਜਿਹੜਾ ਉਹ ਠੀਕ ਹੱਥਾਂ ਵਿੱਚ ਜਦੋਂ ਨਹੀਂ ਆਉਂਦੀਆਂ, ਜਿਵੇਂ ਮਤਲਬ ਪਿਛਲੇ ਸਮੇਂ ਦੇ ਵਿੱਚ ਟਰੰਪ ਦਾ ਦੌਰ ਹੈ ਜਿਹੜਾ, ਉਹਨੂੰ ਆਪਾਂ ਇਹ ਕਹਿ ਸਕਦੇ ਜੇ ਅਮਰੀਕਾ ਦੇ ਸੰਦਰਭ ਵਿੱਚ ਵੀ ਦੇਖੀਏ ਜਾਂ ਮਤਲਬ ਇੰਗਲੈਂਡ ਦੇ ਸੰਦਰਭ ਵਿੱਚ ਵੀ ਦੇਖੀਏ, ਟੋਨੀ ਬਲੇਅਰ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਮਤਲਬ ਜਿੱਦਾਂ ਚਿਹਰੇ ਬਦਲਦੇ ਜਾਂਦੇ ਆ ਤਿਵੇਂ ਜਿਹੜਾ ਉਹ
ਉਹੀ ਚਿਹਰੇ ਜਿਹੜੇ ਕਦੇ ਜਰਮਨ ਦੇ ਵਿੱਚ ਹਿਟਲਰ ਵਜੋਂ ਦੇਖੇ ਜਾਂਦੇ ਸੀ ਤੇ ਉਹੀ ਅੱਜ ਵੀ ਚਾਂਸਲਰ ਵਜੋਂ ਦੇਖੇ ਜਾਂਦੇ। ਮਤਲਬ ਉਹ ਚਿਹਰੇ ਜਿਹੜੇ ਆ ਉਹ ਤੁਹਾਡਾ ਸਾਰਾ ਨਜ਼ਰੀਆ ਬਦਲਦੇ ਆ ਕਿ ਤੁਸੀਂ ਕੰਮ ਕੀ ਕਰਨਾ। ਸੰਵਿਧਾਨ ਬਦਲਣ ਦੀ ਬਾਰ-ਬਾਰ ਲੋੜ ਨਹੀਂ ਪੈਂਦੀ। ਸੰਵਿਧਾਨ ਉਹੀ ਨੇ। ਮਤਲਬ ਸਾਡਾ ਸੰਵਿਧਾਨ ਵੀ ਪਿਛਲੇ ਜਿਹੜਾ ਉਹ ਲਗਭਗ 74 ਸਾਲਾਂ ਤੋਂ ਸਾਡਾ ਉਹੀ ਸੰਵਿਧਾਨ ਹੈ। ਔਰ ਉਸੇ ਸੰਵਿਧਾਨ ਦੇ ਵਿੱਚ ਜਿਹੜਾ ਉਹ ਤੁਸੀਂ ਉਹਨਾਂ ਹੀ ਕਲੌਜ਼ਸ ਨੂੰ ਜਿਹੜਾ ਤੁਸੀਂ ਦੂਸਰੇ ਤਰ੍ਹਾਂ ਇੰਪਲੀਮੈਂਟ ਕਰਦੇ ਹੋ, ਉਹਨਾਂ ਹੀ ਕਲੌਜ਼ਸ ਨੂੰ ਤੁਸੀਂ ਦੂਸਰੇ ਤਰ੍ਹਾਂ ਇੰਪਲੀਮੈਂਟ ਕਰਦੇ ਹੋ। ਮਤਲਬ ਇਸ ਕਰਕੇ ਜਿਹੜਾ ਮੈਂ ਇਹ ਸਮਝਦਾ ਕਿ ਵਿਅਕਤੀਗਤ ਸੋਚ ਜਿਹੜੀ ਹੈ ਉਹ ਕਲੈਕਟਿਵ ਸੋਚ ਨੂੰ ਅਗਰ ਸਮਝ ਕੇ ਚੱਲੇਗੀ ਤਾਂ ਨਤੀਜੇ ਜਿਹੜੇ ਉਹ ਸਾਹਮਣੇ ਸਾਕਾਰ ਰੂਪ ਵਿੱਚ ਆਉਣਗੇ। ਜਦੋਂ ਕਲੈਕਟਿਵ ਸੋਚ ਜਿਹੜੀ ਹੈ, ਹੁਣ ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ ਆਪਾਂ ਦੇਖ ਲਈਏ ਤੇ ਇੱਕ ਕਲੈਕਟਿਵ ਜਿਹੜੀ ਸਮੂਹਕ ਚੇਤਨਾ ਇਹ ਬਣ ਗਈ ਆ ਕਿ ਜਿਹੜੇ ਲਾਅ ਜਿਹੜੇ ਆ ਉਹ ਕਿਸਾਨਾਂ ਦੇ ਹੱਕ ਵਿੱਚ ਕਹਿ ਕੇ ਬਣਾਏ ਗਏ ਆ, ਉਹ ਉਹਨਾਂ ਦੀ ਜੇ ਅਸਲ ਪਰਤਾਂ ਫੋਲਣੀਆਂ ਸ਼ੁਰੂ ਕਰੀਏ ਤਾਂ ਉਹ ਫਿਰ ਉਹਨਾਂ ਨੂੰ ਡਿਪੈਕਟ ਨਹੀਂ ਕਰਦੇ ਉਸ ਤਰ੍ਹਾਂ ਜਿਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ। ਔਰ ਦੂਸਰੀ ਗੱਲ ਕਿ ਉਸ ਤੋਂ ਬਾਅਦ 2 ਆਰਡੀਨੈਂਸ ਹੋਰ ਨਾਲ ਜੋੜ ਦਿੱਤੇ ਗਏ ਜਿਹਦੇ ਵਿੱਚ ਪਰਾਲੀ ਸਾੜਨ ਤੇ 1 ਕਰੋੜ ਰੁਪਏ ਦਾ ਜੁਰਮਾਨਾ ਹੋਏਗਾ। ਉਹਨਾਂ ਨੂੰ ਸੁਣਨ ਨਹੀਂ ਲੱਗਦਾ ਕਿ ਇਹ ਇਲੌਜੀਕਲ ਗੱਲ ਹੈ। 1 ਕਰੋੜ ਰੁਪਇਆ ਇੱਕ ਸਧਾਰਨ ਕਿਸਾਨ ਜਿਹੜਾ ਪਰਾਲੀ ਨੂੰ ਜਿਹੜਾ ਉਹ ਅੱਗ ਲਾ ਦੇਗਾ ਆਪਣੀ ਕਿਸੇ ਮਜਬੂਰੀ ਵਾਸਤੇ, ਉਹ ਤੇ ਉਹਨੂੰ ਤੁਸੀਂ 1 ਕਰੋੜ ਰੁਪਏ ਦਾ ਜੁਰਮਾਨਾ ਕਰ ਦੋਗੇ। 1 ਕਰੋੜ ਤਾਂ ਪੁਸ਼ਤਾਂ ਤੱਕ ਜਿਹੜਾ ਉਹ ਸਾਰਾ ਕੁਛ ਵੇਚ ਦਿਓ ਤੇ ਤਾਂ ਕਿਸੇ ਕਿਸਾਨ ਕੋਲ ਨਹੀਂ ਹੋਏਗਾ। ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਅਨੈਤਿਕ ਵੀ ਨੇ ਔਰ ਜਿਹੜਾ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਬਿਲਕੁਲ ਇਲੌਜੀਕਲ ਵੀ ਨੇ। ਇਹਦਾ ਕੋਈ ਸਿਧਾਂਤ ਇਹਦੇ ਅੱਗੇ ਪਿੱਛੇ ਹੈ ਨਹੀਂ ਗਾ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਤੇ ਫਿਰ ਇਹ ਪਤਾ ਲੱਗਦਾ ਹੈ ਕਿ ਅਸਲ 'ਚ ਸਮੂਹਕ ਚੇਤਨਾ ਦੇ ਆਧਾਰ ਉੱਤੇ ਵਿਅਕਤੀਗਤ ਫੈਸਲੇ ਲੈਣੇ ਤੇ ਵਿਅਕਤੀ ਦੀ ਚੇਤਨਾ ਦੇ ਆਧਾਰ ਉੱਤੇ ਸਮੂਹ ਨੂੰ ਦੇਖਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਟੇਢਾ ਤੇ ਗੁੰਝਲਦਾਰ ਅਲਜਬਰਾ ਆ। ਜੇ ਇਹ ਤਵਾਜ਼ਨ ਜਿਹੜਾ ਉਹ ਬਣਾਉਣਾ ਆ ਜਾਏ, ਸਰਕਾਰਾਂ ਨੂੰ ਆ ਜਾਏ, ਵਿਅਕਤੀਆਂ ਨੂੰ ਆ ਜਾਏ, ਸਮਾਜਿਕ ਜਥੇਬੰਦੀਆਂ ਨੂੰ ਆ ਜਾਏ, ਪੱਤਰਕਾਰਤਾ ਨੂੰ ਆ ਜਾਏ ਤਾਂ ਨਤੀਜੇ ਹਮੇਸ਼ਾ ਸਾਫ਼ ਨਿਕਲਦੇ। ਬਹੁਤ ਕਮਾਲ। ਇੱਕ ਆਖਰੀ ਸਵਾਲ ਮੇਰੇ ਕੋਲ ਡਾਕਟਰ ਸਾਹਿਬ, ਸਿਰਫ 2 ਮਿੰਟ ਹੋਰ ਨੇ। ਮੈਨੂੰ ਇੱਕ ਹੋਰ ਸ਼ੇਅਰ ਯਾਦ ਆਇਆ ਕਿ ਸਿਆਸਤ ਕੀ ਆਪਣੀ ਅਲੱਗ ਇੱਕ ਜ਼ੁਬਾਨ ਹੈ, ਲਿਖਾ ਹੋ ਜੋ ਇਕਰਾਰ ਤੋਂ ਇਨਕਾਰ ਪੜ੍ਹਨਾ। ਹੁਣ ਤੱਕ ਦਾ ਕਿਸਾਨੀ ਸੰਘਰਸ਼ ਤੇ ਇਹਦੇ ਵਿੱਚ ਮੀਡੀਆ ਦੀ ਕੀ ਭੂਮਿਕਾ ਤੁਸੀਂ ਸਮਝਦੇ ਹੋ ਕਿ ਰਹੀ ਆ? ਦੇਖੋ, ਇਹਦੇ ਵਿੱਚ ਜਿੱਥੋਂ ਤੱਕ ਰੀਜਨਲ ਮੀਡੀਆ ਦਾ ਸੰਬੰਧ ਹੈ, ਜਿੱਥੋਂ ਤੱਕ ਵਰਨੈਕੂਲਰ ਮੀਡੀਆ ਦਾ ਸੰਬੰਧ ਹੈ, ਉਹ ਲੋਕਾਂ ਦੇ ਨਜ਼ਰੀਏ ਤੋਂ ਇਸ ਸੰਘਰਸ਼ ਨੂੰ ਦੇਖ ਰਿਹਾ ਲਗਾਤਾਰ। ਤੇ ਜਿੱਥੋਂ ਤੱਕ ਜਿਹੜਾ ਸਾਡਾ ਸੋ ਕਾਲਡ ਨੈਸ਼ਨਲ ਮੀਡੀਆ ਦਾ ਸੰਬੰਧ ਹੈ, ਉਹ ਇਹਨੂੰ ਸਰਕਾਰ ਦੇ ਨਜ਼ਰੀਏ ਤੋਂ ਦੇਖੀ ਜਾ ਰਿਹਾ। ਇਸ ਕਰਕੇ ਬਹੁਤ ਸਪਸ਼ਟ ਜਿਹੜੀ ਉਹ ਵੰਡ ਹੋ ਚੁੱਕੀ ਹੈ ਮੀਡੀਆ ਦੀ ਵੀ ਕਿ ਉਹਨਾਂ ਨੇ ਕਿਹੜੇ ਪਾਸੇ, ਕਿਉਂਕਿ ਅਲਟੀਮੇਟ ਜਿਹੜਾ ਹੈ ਉਹ ਤੁਹਾਡਾ ਦੇਖਣ ਦਾ ਇੱਕ ਨਜ਼ਰੀਆ ਹੁੰਦਾ ਕਿ ਤੁਸੀਂ ਕਿਸ ਨਜ਼ਰੀਏ ਤੇ ਖੜੇ ਹੋ ਕੇ ਚੀਜ਼ਾਂ ਨੂੰ ਦੇਖਦੇ। ਔਰ ਇਹ ਜਿਹੜਾ ਆ ਇਹਨੂੰ, ਕਿਉਂਕਿ ਅਸਲ ਦੇ ਵਿੱਚ ਮੀਡੀਆ ਦਾ ਕੰਮ ਕੀ ਹੋਣਾ ਚਾਹੀਦਾ, ਮੀਡੀਆ ਦਾ ਕੰਮ ਇੱਕ ਵਿਸ਼ਲੇਸ਼ਣੀ ਕੰਮ ਹੋਣਾ ਚਾਹੀਦਾ। ਉਹ ਵਿਸ਼ਲੇਸ਼ਣ ਕਰੇ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਹੈ, ਕਿਹੜੀ ਚੀਜ਼ ਜਿਹੜੀ ਹੈ ਉਹ ਸਰਕਾਰ, ਕਿਉਂਕਿ ਇੱਕ ਤਰ੍ਹਾਂ ਨਾਲ ਤਾਂ ਮੀਡੀਆ ਪੁਲ ਹੁੰਦਾ ਮਤਲਬ ਦੋਨਾਂ ਤਰ੍ਹਾਂ ਦੇ ਵਿਚਕਾਰ ਕਿ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਹੁੰਦਾ। ਸਰਕਾਰੀ ਜੋ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੰਤਰ ਦੇ ਵਿੱਚ ਜੋ ਸੋਚਿਆ ਜਾ ਰਿਹਾ, ਜੋ ਸਰਕਾਰ ਸਕੀਮਾਂ ਲੈ ਕੇ ਆਉਂਦੀ ਹੈ ਲੋਕ ਭਲਾਈ ਦੀਆਂ, ਉਹਨਾਂ ਨੂੰ ਲੋਕਾਂ ਤੱਕ ਵਿਸ਼ਲੇਸ਼ਣ ਕਰਕੇ ਲੋਕਾਂ ਤੱਕ ਪਹੁੰਚਾਉਣਾ ਹੁੰਦਾ। ਲੇਕਿਨ ਇਸ ਵੇਲੇ ਇਹ ਮੀਡੀਆ ਇਸ ਤਰ੍ਹਾਂ ਦੀ ਸਪਸ਼ਟ ਜਿਹੜੀ ਉਹ ਲਾਈਨ ਇਹ ਅਪਣਾਉਣ ਦੀ ਬਜਾਏ, ਵਿਸ਼ਲੇਸ਼ਣੀ ਲਾਈਨ ਅਪਣਾਉਣ ਦੀ ਬਜਾਏ, ਉਹ ਸਿਰਫ ਧਿਰ ਬਣ ਕੇ ਖੜਾ ਹੋ ਰਿਹਾ। ਨੈਸ਼ਨਲ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸਰਕਾਰ ਦੀ ਧਿਰ ਬਣਿਆ ਹੋਇਆ ਤੇ ਰੀਜਨਲ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਜਾਂ ਸੋਸ਼ਲ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਕਿਉਂਕਿ ਸੋਸ਼ਲ ਮੀਡੀਆ ਵੀ ਅਸਲ 'ਚ ਜਾਤੀਗਤ ਤੇ ਲੋਕ ਮੀਡੀਆ ਹੀ ਹੁੰਦਾ ਤੇ ਉਹ ਅਸਲ ਦੇ ਵਿੱਚ ਲੋਕਾਂ ਦੀ ਧਿਰ ਬਣਿਆ ਹੋਇਆ। ਔਰ ਪਿਛਲੇ ਸਮੇਂ ਦੇ ਵਿੱਚ ਜਿਵੇਂ ਜਿਹੜਾ ਉਹ ਕੁਛ ਪੱਤਰਕਾਰਾਂ ਨੂੰ ਜਿਹੜਾ ਉਹ ਦੂਜਾ ਪਕੜ ਕੇ ਜਿਹੜਾ ਉਹ ਜੇਲ੍ਹ ਵੀ ਭੇਜਿਆ ਗਿਆ, ਰਿਮਾਂਡ ਲੈ ਲਿਆ ਗਿਆ, ਜਿਹਦੇ 'ਚ ਮਨਦੀਪ ਪੁਨੀਆ ਦਾ ਨਾਮ ਜਿਹੜਾ ਉਹ ਸਾਰਿਆਂ ਨੇ ਸੁਣਿਆ। ਲੇਕਿਨ ਉਸ ਨਜ਼ਰੀਏ ਨੂੰ ਜਿਹੜਾ ਉਹ ਮਤਲਬ ਉਹਦੀ ਗ੍ਰਿਫਤਾਰੀ ਨੂੰ ਵੀ ਜਿਹੜਾ ਉਹ ਨੈਸ਼ਨਲ ਮੀਡੀਆ ਨੇ ਕਿਤੇ ਕੋਈ ਉਹਦੀ ਗ੍ਰਿਫਤਾਰੀ ਬਾਰੇ ਖਬਰ ਵੀ ਛਾਇਆ ਨਹੀਂ ਦਿੱਤੀ, ਜਦੋਂ ਕਿ ਆਪਣੇ ਆਪ ਤੇ ਇੱਕ ਅਨੈਤਿਕ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਲੇਕਿਨ ਇਹ ਹੋ ਰਿਹਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਉਹ ਸਰਕਾਰੀ ਤੌਰ ਤੇ ਜੋ ਤੁਹਾਡੀਆਂ ਭਾਵਨਾਵਾਂ ਨੇ, ਜੋ ਤੁਸੀਂ ਕਰਨਾ ਚਾਹੁੰਦੇ ਹੋ, ਉਹਨੂੰ ਤੁਸੀਂ ਵਿਸ਼ਲੇਸ਼ਣ ਦੀ ਮੁਦਰਾ ਦੇ ਵਿੱਚ ਲੋਕਾਂ ਦੇ ਸਾਹਮਣੇ ਮੀਡੀਆ ਰੱਖੇਗਾ ਤੇ ਉਹਦੀ ਗੱਲ ਹੋਰ ਹੋਏਗੀ। ਜੇ ਤੁਸੀਂ ਸਿਰਫ ਧਿਰ ਬਣ ਕੇ ਤੇ ਇੱਕ ਗੱਲ ਤੇ ਇਹੀ ਗੱਲ ਲਗਾਤਾਰ ਕਹੀ ਜਾਣੀ ਕਿ ਇਹ ਕਾਨੂੰਨ ਜਿਹੜੇ ਉਹ ਕਿਸਾਨ ਦੇ ਹੱਕ ਵਿੱਚ ਨੇ, ਉਹ ਕਹੀ ਜਾਂਦੇ ਆ ਕਿ ਬਿਲਕੁਲ ਸਾਡੇ ਹੱਕ 'ਚ ਨਹੀਂ ਹੈ, ਉਹ ਕਹਿੰਦੇ ਜੇ ਅਸੀਂ ਰੱਦ ਕਰਵਾ ਕੇ ਰਹਾਂਗੇ, ਉਹ ਕਹਿੰਦੇ ਆ ਜੇ ਅਸੀਂ ਇਹ ਰੱਦ ਕਰ ਨਹੀਂ ਸਕਦੇ। ਇਸ ਤਰ੍ਹਾਂ ਦਾ ਡੈਡਲੌਕ ਜਮਹੂਰੀ ਗਣਰਾਜ ਦੇ ਵਿੱਚ ਬਹੁਤ ਜਿਹੜਾ ਉਹ ਖਤਰਨਾਕ ਹੈ, ਮੰਦਭਾਗਾ ਆ।
ਇਹਦੇ ਤੇ ਬ੍ਰੇਕ ਜ਼ਰੂਰ ਲੱਗਣੀ ਚਾਹੀਦੀ ਹੈ ਔਰ ਪੱਤਰਕਾਰੀ ਨੂੰ ਇਹਦੇ ਵਿੱਚ ਵੱਡਾ ਰੋਲ ਅਦਾ ਕਰਨਾ ਚਾਹੀਦਾ ਵਿਸ਼ਲੇਸ਼ਣ ਤੋਂ। ਬਹੁਤ ਬਹੁਤ ਖੂਬ ਡਾਕਟਰ ਸਾਹਿਬ, ਬਹੁਤ ਵਧੀਆ ਲੱਗਾ, ਬਹੁਤ ਸਪਸ਼ਟ ਤੁਹਾਡੇ ਜਵਾਬ। ਔਰ ਮੈਂ ਤਵੱਕੋ ਕਰਦਾ ਕਿ ਜਿੰਨੇ ਵੀ ਸਰੋਤੇ ਇਸ ਵਕਤ ਜਿਨ੍ਹਾਂ ਨੇ ਸਾਡੀ ਗੱਲਬਾਤ ਸੁਣੀ ਆ ਔਰ ਜਿੰਨੇ ਵੀ ਸਾਡੇ ਸਵਾਲ ਜਵਾਬ, ਔਰ ਇਸ ਵਕਤ ਡਾਕਟਰ ਲਖਵਿੰਦਰ ਜੌਲ ਜੋ ਕਿ ਸਾਬਕਾ ਪ੍ਰੋਡਿਊਸਰ ਡਾਇਰੈਕਟਰ ਜਲੰਧਰ ਦੂਰਦਰਸ਼ਨ ਸਨ, ਸਾਡੇ ਨਾਲ ਬਹੁਤ ਹੀ ਉੱਘੇ ਲੇਖਕ ਤੇ ਕਵੀ, ਉਹਨਾਂ ਦੇ ਨਾਲ ਅਸੀਂ ਖਾਸ ਗੱਲਬਾਤ ਰੱਖੀ ਸੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਲਖਵਿੰਦਰ ਜੌਲ ਜੀ। ਅੱਗੇ ਕਿਤੇ ਸਮਾਂ ਮਿਲਿਆ ਜ਼ਰੂਰ ਫਿਊਚਰ 'ਚ ਤਾਂ ਜ਼ਰੂਰ ਗੱਲਬਾਤ ਜਾਰੀ ਰੱਖਾਂਗੇ। ਧੰਨਵਾਦ ਬਹੁਤ ਬਹੁਤ। ਬਹੁਤ ਬਹੁਤ ਮਿਹਰਬਾਨੀ। This is the evening show on Red FM.